गुरु जी दी साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं सतगुरु गुरबाणी गुरु राहीं उपदेश बख्शिश कर रहे, जिन्ना भी उपदेश सतगुरु दे रहे साडे मन नूं, हुण अपने मन नूं समझाउंदे भी तू वो कर्म कर जिहड़ा कर्म करन दे नाल तू निर्मल हो जी, जिहड़ा कर्म करन दे नाल तैनूं मैल ना लगी, तू शुद्ध हो जावें, तू पवित्र हो जावें। महाराज फरमाउंदे सो किछ कर जित मैल ना लागे, बई वो कुछ कर जिहदे नाल तैनूं मैल ना लगे। हुण किहड़ी मन नूं मैल लगदी ते किवें इस मैल तो बचिया जा सकदा, उहदे वास्ते फिर साडे मन नूं उपदेश दिंदे, साडे मन नूं समझाउंदे। सतगुरु कहंदे एक ऐसे कर्म ने जिहड़े असीं आपदी मत दुआरा करदे हां, उन्हां कर्मां दी मैल साडे मन दे उत्ते चढ़दी। एक ऐसा कर्म जदों असीं गुरु दी मत दुआरा करदे हां, उहदे नाल साडे मन तो मैल उतरदी, जिहड़ी कर्मां दी मैल लगी हुंदी वो भी लह जांदी ते साडा मन शुद्ध हो जांदा, निर्मल हो जांदा। फिर इनू कहते भी हुण तू वो कर्म करी भी जिहदे नाल तैनूं फिर मैल ना लगे दोबारा, बई तू निर्मल ही रवें, तू धोता ही रवें, शुद्ध ही रवें। हुण वो फिर सतगुरु सानूं समझाउंदे भी जिहड़े कर्म जीव आपदी मत दुआरा करदा, ਉਹਦੇ ਨਾਲ ਮਨ 'ਤੇ ਮੈਲ ਚੜ੍ਹਦੀ ਕਰਮਾਂ ਦੀ। ਮਨ ਦੇ ਕਰਮ ਕੀ ਨੇ? ਵਿਚਾਰ। ਜਦੋਂ ਸਾਡਾ ਮਨ ਆਪਦੀ ਮੱਤ ਦੁਆਰਾ ਹੀ ਵਿਚਾਰ ਲੈਂਦਾ ਹੈ, ਫੁਰਨੇ ਲੈਂਦਾ, ਇਹ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ ਜਾਂਦਾ, ਇਹ ਸੈਂਸੇ ਫਿਕਰਾਂ 'ਚ ਜਾਂਦਾ, ਇਹ ਦੁਬਧਾ 'ਚ ਜਾਂਦਾ, ਵੈਰ ਵਿਰੋਧ 'ਚ ਜਾਂਦਾ। ਇਹਨਾਂ ਕਰਮਾਂ ਦੀ ਮੈਲ ਸਾਡੇ ਮਨ ਦੇ ਉੱਤੇ ਚੜ੍ਹਦੀ। ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਦੀਆਂ ਚੁਗਲੀਆਂ ਕਰ ਲਈਆਂ, ਕਿਸੇ ਦੀ ਉਸਤਤ ਕਰ ਲਈ, ਕਿਸੇ ਦੀ ਬੁਰਾਈ ਕਰ ਦਿੱਤੀ। ਇਹ ਕਰਮਾਂ ਦੀ ਮੈਲ ਸਾਡੇ ਮਨ ਦੇ ਉੱਤੇ ਚੜ੍ਹਦੀ। ਹੁਣ ਇਹਨਾਂ ਕਰਮਾਂ ਕਰਕੇ ਹੀ ਮਨ ਮੈਲਾ ਹੋਇਆ।
ਮਾਰੇ ਫਰਮਾਉਂਦੇ ਸੈਂਸੇ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਸੈਂਸੇ ਫਿਕਰਾਂ ਕਰਕੇ, ਚਿੰਤਾਵਾਂ ਕਰਕੇ ਮਨ ਸੀ ਜਿਹੜਾ ਇਹ ਮੈਲਾ ਹੋ ਗਿਆ, ਇਹ ਕਰਮਾਂ ਦੀ ਮੈਲ ਇਹਦੇ 'ਤੇ ਚੜ੍ਹ ਗਈ। ਹੁਣ ਇਹ ਜਦੋਂ ਕਰਮਾਂ ਦੀ ਮੈਲ ਇਹਦੇ 'ਤੇ ਚੜ੍ਹ ਜਾਂਦੀ, ਇਹ ਮੈਲ ਪਾਣੀ ਨਾਲ ਨਹੀਂ ਧੋਤੀ ਜਾਂਦੀ। ਸੰਸਾਰ 'ਚ ਐਸਾ ਕੋਈ ਸਾਬਣ ਨਹੀਂ ਬਣਿਆ ਜਿਹਦੇ ਨਾਲ ਇਹ ਮਨ ਦੀ ਮੈਲ ਉਤਰ ਜੀ। ਫਿਰ ਆਪਾਂ ਨੂੰ ਇਸ ਲਈ ਉਦਾਹਰਨ ਦੇ ਕੇ ਸਮਝਾਉਂਦੇ ਗੁਰੂ ਨਾਨਕ ਪਾਤਸ਼ਾਹ ਵੀ ਜਿਵੇਂ ਇਹ ਤਨ ਸਰੀਰ ਹੈ, ਇਹ ਮੈਲਾ ਹੋ ਜਾਂਦਾ, ਕੱਪੜਾ ਮੈਲਾ ਹੋ ਜਾਂਦਾ, ਇਹ ਤਨ ਦੀ ਮੈਲ ਸਰੀਰ ਦੀ ਅਤੇ ਕੱਪੜੇ ਦੀ ਮੈਲ ਅਸੀਂ ਪਾਣੀ ਅਤੇ ਸਾਬਣ ਦੇ ਨਾਲ ਧੋ ਲੈਂਦੇ ਹਾਂ, ਲੈ ਜਾਂਦੀ। ਜਿਹੜੀ ਸਾਡੀ ਮੱਤ ਮਲੀਨ ਹੋ ਗਈ, ਜਿਹੜੀ ਮਨ ਦੇ ਉੱਤੇ ਮੈਲ ਚੜ੍ਹ ਗਈ, ਇਹ ਹੁਣ ਨਾਮ ਤੋਂ ਬਿਨਾਂ ਧੋਤਾ ਨਹੀਂ ਜਾਂਦਾ। ਮਾਰੇ ਫਰਮਾਉਂਦੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ। ਮੂਤ ਭਲੀਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੀ ਸੰਗ ਉਹ ਧੋਪੇ ਨਾਮੇ ਕੇ ਰੰਗ। ਜਿਹੜੀ ਸਾਡੀ ਮੱਤ ਮੈਲੀ ਹੋ ਗਈ, ਜਿਹੜਾ ਸਾਡਾ ਮਨ ਮੈਲਾ ਹੋ ਗਿਆ, ਇਹਨੇ ਨਾਮ ਦੁਆਰਾ ਧੋਤਾ ਜਾਣਾ, ਇਹਨੇ ਗੁਰੂ ਦੀ ਮੱਤ ਦੁਆਰਾ ਧੋਤਾ ਜਾਣਾ। ਜਦੋਂ ਅਸੀਂ ਗੁਰੂ ਦੀ ਮੱਤ ਦੁਆਰਾ ਗੁਰੂ ਦੀ ਦੱਸੀ ਹੋਈ ਕਾਰ ਕਮਾਵਾਂਗੇ, ਫਿਰ ਮਨ ਧੋਤਾ ਜਾਏਗਾ। ਭਾਈਆਂ ਫਿਰ ਸਾਨੂੰ ਸਮਝਾਉਂਦੇ ਗੁਰ ਕਹਿਆ ਸਾਕਾਰ ਕਮਾਵ, ਗੁਰ ਕੀ ਕਰਨੀ ਕਾਹੇ ਧਾਵੋ। ਬਈ ਜਿਹੜੀ ਕਾਰ ਸਾਨੂੰ ਗੁਰੂ ਕਹਿ ਰਹੇ ਕਰਨ ਨੂੰ ਵੀ ਉਹ ਕਰੋ, ਅਤੇ ਉਹ ਸਾਨੂੰ ਫਿਰ ਦੱਸਦੇ ਵੀ ਤੁਹਾਡਾ ਕਾਰਜ ਹੈ ਪਰਮਾਤਮਾ ਦਾ ਸਿਮਰਨ ਕਰਨਾ। ਤੁਸੀਂ ਮਨ ਨੂੰ ਸਿਮਰਨ ਦੇ ਉੱਤੇ ਲਾਓ, ਇਹ ਕਾਰਜ ਕਰੋ। ਰਾਮ ਸਿਮਰ ਇਹ ਤੇਰੇ ਕਾਜ ਹੈ। ਜਦੋਂ ਅਸੀਂ ਇਹਨੂੰ ਸਿਮਰਨ 'ਤੇ ਲਾਵਾਂਗੇ, ਸ਼ਬਦ ਦੀ ਵਿਚਾਰ 'ਤੇ ਲਾਵਾਂਗੇ, ਇਹ ਸਾਡਾ ਕੀਤਾ ਹੋਇਆ ਕਰਮ ਸਾਡੇ ਮਨ ਤੋਂ ਮੈਲ ਲਾ ਦੇਗਾ। ਭਾਈਆਂ ਮਹਾਰਾਜ ਸਾਨੂੰ ਸਮਝਾਉਂਦੇ ਵੀ ਇੱਕ ਕਰਮ ਐਸਾ ਜਿਹੜਾ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਂਦਾ, ਇੱਕ ਕਰਮ ਐਸਾ ਜਿਹੜਾ ਸਾਨੂੰ ਪਰਮਾਤਮਾ ਦੇ ਨੇੜੇ ਲੈ ਜਾਂਦਾ। ਫਰਮਾਉਂਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੁਣ ਜਿਹੜੇ ਦਾ ਕਰਮ ਅਸੀਂ ਆਪਦੀ ਮੱਤ ਦੁਆਰਾ ਕੀਤੇ, ਅਸੀਂ ਪਰਮਾਤਮਾ ਤੋਂ ਦੂਰ ਆ ਗਏ, ਇੰਨਾ ਜ਼ਿਆਦਾ ਦੂਰ ਆ ਗਏ ਕਿ ਮਾਲਕ ਨੂੰ ਭੁੱਲ ਹੀ ਗਏ, ਉਹ ਤੋਂ ਵਿਛੜ ਹੀ ਗਏ। ਮਾਰੇ ਫਰਮਾਉਂਦੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਠ ਦੇ ਦਿਸ ਭਰਮ ਆਏ, ਥੱਕ ਆਏ ਪ੍ਰਭ ਕੀ ਸ਼ਾਮ। ਜਦੋਂ ਅਸੀਂ ਥੱਕ ਜਾਂਦੇ, ਚਾਰ ਦਸਾਂ ਦਿਸ਼ਾਵਾਂ ਵੱਲ ਭੱਜ ਕੇ ਮਨ ਨੂੰ ਕਿਤੋਂ ਸੁੱਖ ਨਹੀਂ ਮਿਲਦਾ, ਕਿਤੋਂ ਸ਼ਾਂਤੀ ਨਹੀਂ ਆਉਂਦੀ, ਫਿਰ ਅਸੀਂ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਸਤਸੰਗ 'ਚ ਆਉਂਦੇ ਹਾਂ, ਅਤੇ ਫਿਰ ਬੇਨਤੀਆਂ ਕਰਦੇ ਵੀ ਸਾਨੂੰ ਕਿਰਪਾ ਕਰੋ, ਸਾਡੇ ਇੱਥੇ ਸਾਡੇ ਮਨ ਨੂੰ ਵਿਸ਼ਰਾਮ ਆਵੇ, ਸਾਡੇ ਮਨ ਨੂੰ ਸੁੱਖ ਮਿਲੇ, ਇਹਨੂੰ ਸ਼ਾਂਤੀ ਆਵੇ, ਇਹਦੀ ਭਟਕਣਾ ਖਤਮ ਹੋ ਜੇ। ਫਿਰ ਉਹਦੇ ਵਾਸਤੇ ਸਾਨੂੰ ਸਤਿਗੁਰੂ ਦੱਸਦੇ ਵੀ ਹੁਣ ਤੁਸੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਓ, ਸਿਮਰਨ ਕਰੋ, ਅਭਿਆਸ ਕਰੋ। ਇੱਕ ਤਾਂ ਜਦੋਂ ਅਸੀਂ ਇਹ ਸਿਮਰਨ ਕਰਦੇ, ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ। ਮਾਰੇ ਫਰਮਾਉਂਦੇ ਘਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕਿ ਜਦੋਂ ਅਸੀਂ ਸਿਮਰਨ ਕਰਾਂਗੇ, ਸਾਡਾ ਮਨ ਅਤੇ ਮਨ ਦਾ ਜਿਹੜਾ ਤਨ ਹੈ ਸੂਖਮ, ਇਹ ਦੋਵੇਂ ਧੋਤੇ ਜਾਂਦੇ।
ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਇੱਕ ਜਣਾ ਆਪਾਂ ਸ਼ਬਦ ਦੀ ਵਿਚਾਰ ਕਰਦੇ, ਬਾਕੀ ਆਪਾਂ ਧਿਆਨ ਨਾਲ ਸੁਣਦੇ ਹਾਂ, ਇਹਦੇ ਨਾਲ ਸਾਡਾ ਮਨ ਤੇ ਮਨ ਦਾ ਤਨ ਧੋਤੇ ਜਾਂਦੇ। ਫਰਮਾਉਂਦੇ ਨੇ ਮਨ ਤਨ ਧੋਵੇ ਸ਼ਬਦ ਵਿਚਾਰੀ, ਕਿ ਜਦੋਂ ਅਸੀਂ ਸ਼ਬਦ ਗੁਰੂ ਦੀ ਨਾਮ ਦੀ ਵਿਚਾਰ ਕਰਾਂਗੇ, ਸੱਚ ਦੀ ਵਿਚਾਰ ਕਰਾਂਗੇ, ਸਾਡਾ ਮਨ ਤੇ ਮਨ ਦਾ ਤਨ ਧੋਤਾ ਜਾਏਗਾ। ਹੁਣ ਇਹ ਕਰਮ ਹੈ ਮਨ ਨੂੰ ਧੋਣ ਵਾਸਤੇ, ਤੇ ਨਾਲ ਨਾਲ ਸਾਨੂੰ ਗੁਰੂ ਦੀ ਮੱਤ, ਸਾਨੂੰ ਗਿਆਨ ਦਿੱਤਾ ਜਾਂਦਾ ਵੀ ਹੁਣ ਨਾਲ ਨਾਲ ਜਦੋਂ ਮਨ ਨੂੰ ਧੋਣਾ ਤੇ ਨਾਲ ਨਾਲ ਇਹਨੂੰ ਗਿਆਨ ਦੀ ਮੱਤ ਦੇਣੀ, ਵੀ ਕਿਤੇ ਇਹ ਨਾ ਹੋਵੇ ਅਸੀਂ ਧੋਈਏ ਤੇ ਧੋਣ ਤੋਂ ਬਾਅਦ ਫਿਰ ਇਹ ਲਿਬੜ ਜੀ, ਫਿਰ ਮੈਲ ਚੜਾ ਲਵੇ ਆਪਦੇ ਉੱਤੇ। ਫਿਰ ਉਹਦੇ ਵਾਸਤੇ ਸਾਨੂੰ ਕਹਿੰਦੇ ਵੀ ਗਿਆਨ ਦੀ ਬਾੜ ਕਰਕੇ ਰੱਖਣੀ, ਵੀ ਗਿਆਨ ਦਾ ਇਹਨੂੰ ਆਸਰਾ ਦੇ ਕੇ ਰੱਖਣਾ, ਤਾਂ ਕਿ ਸਾਡਾ ਮਨ ਦੁਬਾਰਾ ਫਿਰ ਵਾਪਸ ਨਾ ਮੈਲਾ ਹੋਵੇ। ਉਹਦੇ ਵਾਸਤੇ ਫਿਰ ਗੁਰੂ ਦੀ ਮੱਤ ਤੇ ਗਿਆਨ ਸਾਨੂੰ ਦ੍ਰਿੜ ਕਰਨਾ ਪੈਂਦਾ। ਜਿਵੇਂ ਹੁਣ ਆਪਾਂ ਜਦੋਂ ਸਤ ਸੰਗਤ ਕਰਦੇ ਹਾਂ, ਸਤ ਸੰਗਤ 'ਚ ਆ ਜਾਂਦੇ, ਸਤ ਸੰਗਤ ਦੀ ਵਡਿਆਈ ਹੈ। ਐਸੀ ਸਤ ਸੰਗਤ ਦੇ ਵਿੱਚ ਜਿੱਥੇ ਸੱਚ ਤੇ ਨਾਮ ਦੀ ਮਹਿਮਾ ਹੁੰਦੀ, ਉੱਥੇ ਮਾਲਕ ਆਪ ਹਾਜ਼ਰ ਹੁੰਦਾ। ਫਿਰ ਉਹ ਸਾਡੇ ਪਿਛਲੇ ਕੀਤੇ ਹੋਏ ਗੁਨਾਹ ਔਗਣ ਉਹ ਚਿਤਾਰਦਾ ਨਹੀਂ, ਉਹ ਸਾਰੀ ਸਾਡੇ ਬਖਸ਼ ਦਿੰਦਾ, ਸਾਨੂੰ ਮੁਕਤ ਕਰ ਦਿੰਦਾ ਤੇ ਭਵ ਸਾਗਰ ਤੋਂ ਪਾਰ ਲੰਘਾ ਦਿੰਦਾ। ਇਹ ਵਡਿਆਈ ਸਾਧ ਸੰਗਤ ਦੀ। ਮਾਰੇ ਫਰਮਾਉਂਦੇ ਮੁਕਤ ਭਏ ਕਰ ਸਾਧ ਸੰਗਤ, ਤਿਨ ਕੇ ਔਗਣ ਸਭ ਭਰ ਹਰਿਆ, ਤਿਨ ਕੋ ਦੇਖ ਭਏ ਹੈ ਕਿਰਪਾਲਾ, ਤਿਨ ਭਵ ਸਾਗਰ ਤਰਿਆ। ਜਦੋਂ ਅਸੀਂ ਸਤ ਸੰਗਤ 'ਚ ਆਉਂਦੇ, ਸਾਨੂੰ ਮੁਕਤ ਕਰ ਦਿੰਦੇ, ਸਾਨੂੰ ਵਿਚਾਰਾਂ ਤੋਂ ਰਹਿਤ ਕਰ ਦਿੰਦੇ। ਫਿਰ ਸਾਨੂੰ ਨਾਲ ਨਾਲ ਗਿਆਨ ਦਿੰਦੇ ਵੀ ਬਾਹਰ ਜਾ ਕੇ ਫਿਰ ਨਾ ਬੰਧਨਾਂ 'ਚ ਵੱਜ, ਫਿਰ ਨਾ ਮਨ ਵੀ ਸਾਡਾ ਮੈਲਾ ਹੋ ਜੇ, ਫਿਰ ਨਾ ਐਸੇ ਕਰਮ ਕਰੇ ਵੀ ਜਿਹਦੇ ਨਾਲ ਇਹਨੂੰ ਮੈਲ ਚੜ੍ਹ ਜੇ ਤੇ ਫਿਰ ਦੁਖੀ ਹੋਵੇ, ਫਿਰ ਇਹ ਅਸ਼ਾਂਤ ਹੋਵੇ। ਫਿਰ ਇਸ ਲਈ ਅਸੀਂ ਇਹਨੂੰ ਗਿਆਨ ਦਾ ਆਸਰਾ ਦੇ ਕੇ ਰੱਖਣਾ। ਗਿਆਨ ਦਾ ਵਧਦਾ ਹੋਇਆ ਮਨ ਫਿਰ ਸਾਡਾ ਰੁਕ ਜਾਂਦਾ, ਮੈਲ ਵਧੀਆਂ। ਮਹਾਰਾਜ ਫਰਮਾਉਂਦੇ ਕੁੰਭੇ ਵਧਦਾ ਜਲ ਰਹੇ, ਜਲ ਬਿਨ ਕੁੰਭ ਨਾ ਹੋਈ, ਗਿਆਨ ਕਾ ਵਧਦਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਈ। ਵੀ ਗਿਆਨ ਦਾ ਵਧਦਾ ਹੋਇਆ ਮਨ ਰੁਕਦਾ, ਪਰ ਰੁਕੇਗਾ ਤਾਂ ਜੀ ਇਸ ਨੂੰ ਗਿਆਨ ਦ੍ਰਿੜ ਹੋਏਗਾ। ਜੇ ਗਿਆਨ ਦ੍ਰਿੜ ਨਹੀਂ ਤੇ ਇਹਨੇ ਭੁੱਲ ਜਾਣਾ, ਤੇ ਭੁੱਲੇ ਹੋਏ ਨੇ ਇਹਨੇ ਫਿਰ ਵੈਰ ਵਿਰੋਧ 'ਚ ਜਾ ਵੜਨਾ, ਫਿਰ ਇਹਨੇ ਦੁਬਦਾ ਵਿੱਚ ਜਾ ਵੜਨਾ, ਫਿਰ ਇਹਨੇ ਨਿੰਦਿਆ ਚੁਗਲੀ 'ਚ ਜਾ ਵੜਨਾ, ਫਿਰ ਸੈਂਸੇ ਫਿਕਰਾਂ 'ਚ ਜਾ ਵੜਨਾ, ਚਿੰਤਾਵਾਂ ਦੇ ਵਿੱਚ। ਵਾਈਆਂ ਮਾਰੇ ਕਹਿੰਦੇ ਵੀ ਜਦੋਂ ਮਨ ਭੁੱਲਦਾ ਫਿਰ ਹੀ ਇਹ ਮਾਇਆ ਦੇ ਘਰ ਜਾਂਦਾ। ਭੁੱਲੋ ਮਨ ਮਾਇਆ ਘਰ ਜਾਈ, ਵੀ ਜਦੋਂ ਇਹਨੂੰ ਗਿਆਨ ਭੁੱਲ ਗਿਆ ਨੇ ਮਾਇਆ ਦੇ ਘਰ ਜਾ ਕੇ ਸੌਂ ਜਾਣ, ਭਰਮ ਦੇ ਵਿੱਚ ਪੈ ਜਾਣ। ਜੇ ਹੁਣ ਅਸੀਂ ਇਹ ਗਿਆਨ ਦਾ ਆਸਰਾ ਲੈ ਕੇ ਚੱਲਾਂਗੇ ਤੇ ਫਿਰ ਇਹ ਜਾ ਕੇ ਸੌਂਏਗਾ ਨਹੀਂ, ਭਰਮ 'ਚ ਨਹੀਂ ਜਾਏਗਾ। ਫਿਰ ਇਹ ਐਸਾ ਕਰਮ ਨਹੀਂ ਕਰੇਗਾ ਜਿਹਦੇ ਨਾਲ ਮੈਲ ਲੱਗੇ, ਜਿਹਦੇ ਨਾਲ ਇਹ ਸੌਂ ਜਾਵੇ। ਤਾਈਆਂ ਮਨ ਨੂੰ ਫਿਰ ਸਮਝਾਉਂਦੇ ਵੀ ਇਸ ਲੋਕ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ, ਇਹ ਕਾਲ ਦਾ ਦੇਸ਼ ਹੈ ਤੇ ਇੱਧਰ ਅਗਿਆਨਤਾ ਦਾ ਹਨੇਰਾ। ਮਨ ਨੂੰ ਕਹਿੰਦੇ ਵੀ ਤੂੰ ਗਿਆਨ ਦਾ ਚਾਨਣ ਲੈ ਕੇ ਚੱਲਣਾ, ਗਿਆਨ ਦਾ ਪ੍ਰਕਾਸ਼ ਲੈ ਕੇ ਚੱਲਣਾ। ਇਸ ਲੋਕ ਦੇ 5 ਜਰਨੈਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ 'ਤੇ ਬਹੁਤਾ ਭਰੋਸਾ ਨਹੀਂ ਕਰਨਾ। ਮਾਰੇ ਫਰਮਾਉਂਦੇ 5 ਪਹਿਰੂਆ ਦਰਮੇ ਰਹਤੇ, ਤਿੰਨ ਕਾ ਨਹੀਂ ਪਤਿਆਰਾ,
ਚੇਤ ਸਚੇਤ ਚਿਤ ਹੋਏ ਰਹੋ ਤੋ ਲਓ ਪ੍ਰਗਾਸ ਹਜ਼ਾਰ। ਬਈ ਜਦੋਂ ਤੂੰ ਇਸ ਲੋਕ 'ਚ ਚੱਲਣਾ, ਗਿਆਨ ਦਾ ਪ੍ਰਕਾਸ਼ ਲੈ ਕੇ ਚੱਲਣਾ, ਜੇ ਤੂੰ ਇਹ ਪ੍ਰਕਾਸ਼ ਨਹੀਂ ਲਏਂਗਾ ਗਿਆਨ ਦਾ ਚਾਨਣ, ਫਿਰ ਅਗਿਆਨਤਾ ਦਾ ਹਨੇਰਾ ਤੇ ਤੈਨੂੰ ਲੁੱਟ ਲੈਣਗੇ, ਤੇਰਾ ਧਨ ਲੁੱਟਿਆ ਜਾਏਗਾ। ਫਿਰ ਤੂੰ ਜੀਵਨ ਦੀ ਬਾਜੀ ਨੂੰ ਹਾਰ ਜਾਏਂਗਾ ਤੇ ਤੂੰ ਮੈਲਾ ਹੋ ਜਾਏਂਗਾ। ਇਸ ਵਾਸਤੇ ਫਿਰ ਮਨ ਨੂੰ ਇਹ ਗੁਰੂ ਦੀ ਮੱਤ ਗਿਆਨ ਦਿੱਤਾ ਜਾਂਦਾ। ਤਾਈਓ ਮਾਰੇ ਫਿਰ ਗੁਰੂ ਦੀ ਉਸਤਤ ਕਰਤੀ। ਬੇਬਾਰੀ ਬੇਸ਼ੱਕ ਸੰਸਾਰ ਦਾ ਸਾਨੂੰ ਕਿੰਨਾ ਵੀ ਗਿਆਨ ਹੋ ਜੇ, ਪਰ ਗੁਰੂ ਤੋਂ ਬਿਨਾਂ ਸਾਡੇ ਅੰਦਰ ਅਗਿਆਨਤਾ ਦਾ ਹਨੇਰ। ਗੁਰੂ ਤੋਂ ਬਿਨਾਂ ਨਾ ਤਾਂ ਸਾਨੂੰ ਗਿਆਨ ਦਾ ਚਾਨਣ ਮਿਲਦਾ, ਨਾ ਹੀ ਸਾਨੂੰ ਭੇਦ ਆਉਂਦਾ ਸੱਚ ਦਾ ਤੇ ਨਾਮ ਦਾ। ਤਾਈਓ ਸਤਿਗੁਰੂ ਗੁਰੂ ਦੀ ਉਸਤਤ ਕਰਦੇ ਹੋਏ ਫਰਮਾਉਂਦੇ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹ ਉਦਾਹਰਨ ਦਿੱਤੀ ਸਾਨੂੰ ਵੀ ਬਾਹਰ ਦਾ ਸਾਨੂੰ ਕਿੰਨਾ ਵੀ ਗਿਆਨ ਹੋ ਜੇ, ਸੰਸਾਰ ਦੇ ਵਿੱਚ ਕਿੰਨਾ ਵੀ ਸਾਡਾ ਨਾਂ ਹੋ ਜੇ, ਕਿੰਨੀ ਵੀ ਵਡਿਆਈ ਹੋ ਜੇ ਸਾਡੀ, ਪਰ ਜਦ ਤੱਕ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਜਾਵਾਂਗੇ, ਸਾਡੇ ਅੰਦਰ ਅਗਿਆਨਤਾ ਦਾ ਹਨੇਰਾ। ਅਗਿਆਨਤਾ ਦਾ ਹਨੇਰਾ ਹੋਣ ਕਰਕੇ ਸਾਡਾ ਮਨ ਮੈਲਾ ਰਹਿਣਾ, ਸਾਨੂੰ ਸੋਝੀ ਨਹੀਂ ਆਉਣੀ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਣੀ। ਇਹ ਅਗਿਆਨਤਾ ਦੇ ਵਿੱਚ ਦੁਖੀ ਹੋਏਗਾ, ਭਰਮ ਦੇ ਵਿੱਚ ਦੁਖੀ ਹੋਏਗਾ। ਮਹਾਰਾਜ ਤਾਈਓ ਫਿਰ ਸਾਨੂੰ ਸਮਝਾਉਂਦੇ ਵੀ ਸੁਖੀ ਹੋਣ ਵਾਸਤੇ ਸਾਨੂੰ ਕਿਸੇ ਸੰਸਾਰ ਦੀ ਵਡਿਆਈ ਜਾਂ ਸੰਸਾਰ ਦੇ ਅਹੁਦੇ ਦੀ ਲੋੜ ਨਹੀਂ ਹੈ। ਸੁਖੀ ਹੋਣ ਵਾਸਤੇ ਸਾਨੂੰ ਗੁਰੂ ਦੀ ਮੱਤ ਦੀ ਲੋੜ। ਸੁਖੀ ਹੋਣ ਵਾਸਤੇ ਜੇ ਅਸੀਂ ਗੁਰੂ ਦੀ ਮੱਤ ਲਵਾਂਗੇ ਤੇ ਅਸੀਂ ਸੁਖੀ ਹੋ ਜਾਵਾਂਗੇ। ਜਿਹਨੇ ਨਹੀਂ ਗੁਰੂ ਦੀ ਮੱਤ ਲਈ, ਨਹੀਂ ਸੋਝੀ ਲਈ, ਆਪਦੀ ਮੱਤ ਦੁਆਰਾ ਕਰਮ ਕਰਦਾ ਹੈ, ਉਹ ਕਿੰਨਾ ਵੀ ਸੰਸਾਰ ਦਾ ਧਨ ਦੌਲਤ ਇਕੱਠਾ ਕਰ ਲਵੇ, ਕਿੰਨਾ ਉਹ ਸੰਸਾਰ ਦੇ ਰੰਗ ਤਮਾਸ਼ੇ ਦੇਖ ਲਵੇ, ਪਰ ਉਹਦੇ ਮਨ ਨੂੰ ਸ਼ਾਂਤੀ ਨਹੀਂ, ਉਹਦੇ ਮਨ ਨੂੰ ਸੁੱਖ ਨਹੀਂ, ਉਹਦਾ ਮਨ ਨਹੀਂ ਥਿਰ ਹੁੰਦਾ, ਮਨ ਟਿਕਦਾ ਨਹੀਂ। ਨਾ ਦਾ ਇਹ ਜਿਹੜੇ ਨੇਤਰ ਨੇ, ਨੇਤਰ ਟਿਕਣ ਦੇਖ ਦੇਖ ਕੇ ਸੰਸਾਰੀ ਮਾਇਆ ਨੂੰ ਦੇਖੀ ਜਾਣਗੇ, ਇਹਨਾਂ ਨੂੰ ਸਬਰ ਸੰਤੋਖ ਨਹੀਂ ਆਏਗਾ, ਸੰਤੋਖੀ ਨਹੀਂ ਜਾਣਗੇ। ਨਾ ਇਹ ਰਸਨਾ ਦੀ ਤ੍ਰਿਪਤੀ ਹੋਵੇ ਤੇ ਨਾ ਕੰਨਾਂ ਦੀ ਤ੍ਰਿਪਤੀ ਹੋਵੇ। ਮਹਾਰਾਜ ਇਸ ਲਈ ਸਮਝਾਉਂਦੇ, ਕਹਿੰਦੇ ਸੁੱਖ ਨਾਹੀਂ ਬਹੁਤਾ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਤ ਨਾਟੇ, ਸੁੱਖ ਨਾਹੀਂ ਬਹੁਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਬਈ ਸੁੱਖ ਨਹੀਂ ਬਹੁਤਾ ਧਨ ਇਕੱਠਾ ਕੀਤੇ। ਜੇ ਧਨ ਦੇ ਵਿੱਚ ਸੁੱਖ ਹੁੰਦਾ ਤੇ ਬਹੁਤ ਜੀਵ ਸੁਖੀ ਹੋ ਜਾਂਦੇ, ਪਰ ਨਹੀਂ ਸੁੱਖ। ਸੁੱਖ ਨਹੀਂ ਸੰਸਾਰ ਦੇ ਨਾਟਕ ਚੇਟਕ ਦੇਖੇ। ਜੇ ਇਹਦੇ ਨਾਲ ਸੁੱਖ ਮਿਲਦਾ ਹੁੰਦਾ ਤੇ ਆਪਾਂ ਦੇਖਦੇ ਘਰ ਘਰ ਦੇ ਵਿੱਚ ਆ ਮੋਬਾਈਲ ਨੇ, ਜਿੰਨੇ ਜੀ ਨੇ ਸਭ ਦੇ ਕੋਲ ਆਪੋ ਆਪਣਾ ਫੜਿਆ। ਜੇ ਇਹਦੇ ਵਿੱਚ ਸੁੱਖ ਹੁੰਦਾ ਤੇ ਬਹੁਤ ਜੀਵ ਸੁਖੀ ਹੋ ਜਾਂਦੇ, ਪਰ ਇਹ ਅਸੀਂ ਜਿੰਨਾ ਮਰਜ਼ੀ ਇਹਦੇ 'ਤੇ ਦੇਖੀ ਚੱਲੀਏ ਨਾਟਕ ਚੇਟਕ, ਇਹਦੇ ਨਾਲ ਸਾਡੀਆਂ ਜਿਹੜੀਆਂ ਇਹ ਨੇਤਰ ਇਹ ਥਿਰ ਨਹੀਂ ਹੋਣਗੇ। ਇਹਨਾਂ ਅੱਖਾਂ ਦੀ ਤ੍ਰਿਸ਼ਨਾ ਬੁਝੇਗੀ ਨਹੀਂ, ਇਹਨਾਂ ਦੀ ਪਿਆਸ ਨਹੀਂ ਬੁਝਣੀ। ਗਾਂ ਦੀ ਗਾਂ ਲਾਲਸਾ ਹੋਰ ਵੱਧਦੀ ਜਾਣੀ, ਆਸ਼ਾ ਵਿਲਾਸ਼ਾ ਹੋਰ ਵੱਧਦੀ ਜਾਣੀ। ਇਸ ਵਾਸਤੇ ਮਹਾਰਾਜ ਕਹਿੰਦੇ, ਲੋਇਣ ਲੋਈ ਡਿੱਠ ਪਿਆਸ ਨਾ ਬੁਝੇ ਮੂੰਹ ਕਣੀ। ਵੀ ਇਹਨਾਂ ਲੋਇਣਾ ਨੇਤਰਾਂ ਦੁਆਰਾ ਅਸੀਂ ਚਾਹੇ ਸਾਰੀ ਲੁਕਾਈ ਦੇਖ ਲਈ, ਪਰ ਇਹਨਾਂ ਦੀ ਪਿਆਸ ਨਹੀਂ ਬੁਝਣੀ ਦੇਖਣ ਦੀ। ਇਹਨਾਂ ਨੂੰ ਸਬਰ ਨਹੀਂ ਆਉਣਾ, ਇਹਨਾਂ ਨੂੰ ਸੰਤੋਖ ਨਹੀਂ ਆਉਣਾ, ਤੇ ਅੱਖਾਂ ਨੇ ਭੁੱਖੀਆਂ ਹੀ ਰਹਿਣਾ।
ਇਹਨਾਂ ਕੰਨਾਂ ਦੁਆਰਾ ਅਸੀਂ ਸੰਸਾਰ ਦਾ ਜਿੰਨਾ ਮਰਜ਼ੀ ਅਸੀਂ ਗਾਉਣ ਵਜਾਉਣ ਸੁਣੀ ਚੱਲੀਏ, ਜਿੰਨੇ ਮਰਜ਼ੀ ਅਸੀਂ ਸਾਜ਼ ਸੁਣ ਲਈਏ, ਇਹ ਕੰਨਾਂ ਦੀ ਤ੍ਰਿਪਤੀ ਨਹੀਂ ਹੁੰਦੀ। ਇਹ ਰੱਜਦੇ ਨਹੀਂ ਸੁਣ ਸੁਣ ਕੇ। ਜਦ ਤੱਕ ਅਸੀਂ ਮਾਲਕ ਦੀ ਆਵਾਜ਼ ਨੂੰ ਨਹੀਂ ਸੁਣਾਂਗੇ, ਇਹਨਾਂ ਨੂੰ ਸਬਰ ਸੰਤੋਖ ਨਹੀਂ ਆਉਣਾ। ਇਹ ਆਖਣ ਮੁੱਖ ਹੈ, ਇਹ ਰਸਨਾ, ਇਹਦੀ ਤ੍ਰਿਪਤੀ ਨਹੀਂ ਹੁੰਦੀ। ਸੰਸਾਰ ਦਾ ਅਸੀਂ ਜਿੰਨਾ ਮਰਜ਼ੀ ਸੰਸਾਰ ਦੀਆਂ ਗੱਲਾਂ ਕਰੀ ਚੱਲੀਏ, ਜਿੰਨਾ ਮਰਜ਼ੀ ਸੰਸਾਰ ਦੇ ਅਸੀਂ ਰਸ ਕਸ ਖਾਈ ਚੱਲੀਏ, ਇਹਦੀ ਤ੍ਰਿਪਤੀ ਨਹੀਂ ਹੋਣੀ। ਇਹ ਭੁੱਖੇ ਮਨ ਦੀ ਸਤਿਗੁਰੂ ਨਿਸ਼ਾਨੀ ਦੱਸਦੇ। ਮਾਰੇ ਫਰਮਾਉਂਦੇ ਆਖਣ ਆਖ ਨਾ ਰੱਜੇ, ਸੁਣ ਨਾ ਰੱਜੇ ਕੰਨ, ਅੱਖੀਂ ਵੇਖ ਨਾ ਰੱਜੀਆਂ, ਗੁਣ ਗਾਹਕ ਇੱਕ ਬੰਨ, ਭੁੱਖਿਆਂ ਭੁੱਖ ਨਾ ਉਤਰੇ ਗੱਲੀਂ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ ਜੇ ਗੁਣ ਕੇ ਗੁਣੀ ਸਮਾਈ। ਵੀ ਇਹ ਭੁੱਖਾ ਤਾਂ ਰੱਜੇ ਜੇ ਗੁਰੂ ਦੀ ਮੱਤ ਲਵੇ, ਤੇ ਗੁਰੂ ਦੀ ਮੱਤ ਲੈ ਕੇ ਮਾਲਕ ਦੇ ਗੁਣ ਗਾਵੇ। ਉਹ ਕਰਤੇ ਪਰਮਾਤਮਾ ਨੂੰ ਇਹਨਾਂ ਨੇਤਰਾਂ ਦੁਆਰਾ ਦੇਖੇ, ਸੱਚ ਨੂੰ ਕੰਨਾਂ ਦੁਆਰਾ ਸੱਚ ਦੀ ਆਵਾਜ਼ ਨੂੰ ਸੁਣੇ, ਤੇ ਰਸਨਾ ਦੁਆਰਾ ਸੱਚ ਦੇ ਪਰਮਾਤਮਾ ਦੇ ਗੁਣ ਗਾਵੇ, ਤੇ ਇਹਦੀ ਤ੍ਰਿਪਤੀ ਹੋਵੇ ਭੁੱਖਾ ਰੱਜੀ। ਨਹੀਂ ਤਾਂ ਇਹ ਭੁੱਖਾ ਰੱਜਦਾ ਨਹੀਂ। ਸੰਸਾਰੀ ਪਦਾਰਥਾਂ ਦੇ ਨਾਲ ਤਾਂ ਨਾ ਕਦੇ ਕੋਈ ਰੱਜਿਆ, ਤੇ ਨਾ ਇਹਦੇ ਨਾਲ ਕਿਸੇ ਨੇ ਰੱਜਣਾ ਕਦੇ। ਪਾਈਆਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਰੋਜ਼ ਫਰਮਾਉਂਦੇ, ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾਂ ਪੁਰੀਆਂ ਭਾਰ। ਵੀ ਜਿਹੜਾ ਭੁੱਖਾ ਜੀਵ ਉਹ ਕਿੰਨਾ ਪੁਰੀਆਂ, ਕਿੰਨੇ ਪਿੰਡਾਂ ਦਾ, ਕਿੰਨੀ ਜ਼ਮੀਨ ਜਾਇਦਾਦ ਦਾ, ਕਿੰਨੇ ਸ਼ਹਿਰਾਂ ਦਾ ਮਾਲਕ ਬਣ ਚ, ਪਰ ਉਹ ਭੁੱਖੇ ਦੀ ਭੁੱਖ ਨਹੀਂ ਉਤਰਨੀ। ਉਹ ਭੁੱਖੇ ਨੇ ਫਿਰ ਭੁੱਖੇ ਦਾ ਭੁੱਖਾ ਹੀ ਰਹਿਣਾ, ਕਿਉਂਕਿ ਉਹਦੀ ਆਸ਼ਾ ਵਿਲਾਸ਼ਾ ਤ੍ਰਿਸ਼ਨਾ ਖਤਮ ਨਹੀਂ ਹੋਣੀ, ਉਹਦੇ ਸਹਿੰਸੇ ਫਿਕਰ, ਉਹਦਾ ਸਹਿਮ ਖਤਮ ਨਹੀਂ ਹੋਣਾ। ਮਹਾਰਾਜ ਇਸ ਲਈ ਫਿਰ ਸਮਝਾਉਂਦੇ ਵੀ ਤ੍ਰਿਪਤੀ ਸਾਡੇ ਮਨ ਦੀ ਹੁੰਦੀ। ਜਿਵੇਂ ਹੁਣ ਆਪਾਂ ਭਗਤਾਂ ਦਾ ਜੀਵਨ ਦੇਖਦੇ, ਬਹੁਤੇ ਭਗਤ ਐਸੇ ਹੋਏ ਵੀ ਜਿਹੜੇ ਹੱਥੀਂ ਕਿਰਤ ਕਰਦੇ ਸੀ, ਕੋਈ ਬਹੁਤਾ ਧਨ ਦੌਲਤ ਨਹੀਂ ਸੀ ਉਹਨਾਂ ਕੋਲ, ਪਰ ਉਹ ਕਿੰਨੇ ਸੁਖੀ ਨੇ, ਕਿੰਨਾ ਉਹਨਾਂ ਦਾ ਮਨ ਆਨੰਦ ਅਵਸਥਾ ਦੇ ਵਿੱਚ, ਤੇ ਉਹਨਾਂ ਨੇ ਪਦਵੀ ਕਿੱਡੀ ਵੱਡੀ ਉੱਚੀ ਹਾਸਲ ਕੀਤੀ। ਜਿਨ੍ਹਾਂ ਨੂੰ ਸੰਸਾਰੀ ਜੀਵ ਕਹਿੰਦੇ ਨੀਵੀਂ ਜਾਤ ਦੇ ਨੇ, ਇਹਨਾਂ ਦੀ ਕੁਲ ਨੀਵੀਂ, ਇਹਨਾਂ ਦੇ ਕਰਮ ਨੀਵੇਂ, ਪਰ ਉਹਨਾਂ ਨੇ ਜਦੋਂ ਪਰਮਾਤਮਾ ਨੂੰ ਜਪਿਆ ਤੇ ਪਦਵੀ ਸਤਿਗੁਰੂ ਕਹਿੰਦੇ ਇੰਨੀ ਉੱਚੀ ਵੀ ਸਦਾ ਲਈ ਅਮਰ ਹੋ ਗਈ। ਫਰਮਾਉਂਦੇ ਨੇ ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਈ। ਬਈ ਜਿਨ੍ਹਾਂ ਨੂੰ ਜੀਵ ਕਹਿੰਦੇ ਨੀਵੀਂ ਜਾਤ ਦੇ ਤੇ ਪਦਵੀ ਉੱਤਮ, ਸੋ ਇਸ ਵਾਸਤੇ ਕਿ ਉਹਨਾਂ ਦੇ ਮਨ ਕਿੰਨੇ ਸੁਖੀ ਨੇ ਤੇ ਕਿੰਨੇ ਆਨੰਦ ਅਵਸਥਾ ਦੇ ਵਿੱਚ। ਮਾਰੇ ਤਾਈਆਂ ਕਹਿੰਦੇ ਵੀ ਜਿਨ੍ਹਾਂ ਦੇ ਪੱਲੇ ਨਾਮ ਧਨ ਹੈ, ਵੀ ਉਹ ਅਸਲ ਪਾਤਸ਼ਾਹ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਵਸੇ, ਉਹ ਗੁਣਾਂ ਦੇ ਗਹੀਰ ਨੇ, ਉਹਨਾਂ ਤੇ ਮਾਲਕ ਦੇ ਵਿੱਚ ਕੋਈ ਫਰਕ ਹੀ ਨਹੀਂ। ਮਾਰੇ ਕਹਿੰਦੇ ਜਿਨ ਕੇ ਪੱਲੇ ਨਾਮ ਧਨ ਤਿਨ ਕਾ ਨਾਉ ਫਕੀਰ, ਜਿਨ ਕੇ ਹਿਰਦੇ ਤੂੰ ਵਸੇ ਤੇ ਨਰਗੁਣੀ ਗਹੀਰ। ਵੀ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਤੂੰ ਵਸਦਾ, ਉਹ ਤਾਂ ਗੁਣਾਂ ਦੇ ਸਾਗਰ ਨੇ, ਉਹਨਾਂ ਤੇ ਮਾਲਕ ਦੇ ਵਿੱਚ ਤਾਂ ਕੋਈ ਫਰਕ ਹੀ ਨਹੀਂ, ਕੋਈ ਅੰਤਰ ਹੀ ਨਹੀਂ। ਹੁਣ ਜਿਹਦਾ ਸੱਜਣ ਮਾਲਕ ਹੈ ਪਰਮਾਤਮਾ, ਉਹਨੂੰ ਕਿਸ ਗੱਲ ਦੀ ਕਮੀ ਹੈ। ਜਾ ਕਾ ਮੀਤ ਸਾਜਨ ਹੈ ਸ਼ਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਵੀ ਉਹਨਾਂ ਨੂੰ ਕਿਹੜੀ ਗੱਲ ਦੀ ਕਮੀ ਰਹਿ ਗਈ, ਤੇ ਉਹਨਾਂ ਦੇ ਮਨ ਕਿੰਨੇ ਰੱਜੇ ਪੁੱਜੇ ਨੇ ਤੇ ਕਿੰਨੇ ਤ੍ਰਿਪਤ ਨੇ।
ਸੋ ਇੱਕ ਪਾਸੇ ਸੰਸਾਰ ਦੇ ਵਿੱਚ ਜੀਵ ਵੀ ਉਸ ਸਮੇਂ ਜਿਵੇਂ ਰਾਜੇ ਵੀ ਹੋਣਗੇ ਜਿਹੜੇ ਉਹਨਾਂ ਨੂੰ ਸਜ਼ਾਵਾਂ ਦੇ ਰਹੇ। ਹੁਣ ਉਹਨਾਂ ਕੋਲ ਕਿੰਨਾ ਧਨ ਹੋਏਗਾ, ਰਾਜੇ ਕੋਲ ਸੰਸਾਰੀ ਅਤੇ ਮਾਣ ਸਤਿਕਾਰ ਉਹਦਾ, ਪਰ ਉਹਨਾਂ ਦੀ ਮਾਨਸਿਕ ਜਿਹੜੀ ਅਵਸਥਾ ਉਹ ਕਿੰਨੀ ਥੱਲੇ। ਉਹਨਾਂ ਦਾ ਮਨ ਹੈ ਜਿਹੜਾ ਉਹ ਕਿੱਥੇ ਬੈਠਾ ਦੁਬਦਾ ਦੇ ਵਿੱਚ, ਅਤੇ ਉਹ ਗੁਰਮੁਖ ਭਗਤ ਜਨ ਉਹਨਾਂ ਕੋਲ ਬੇਸ਼ੱਕ ਸੰਸਾਰੀ ਧਨ ਦੌਲਤ ਬਹੁਤੀ ਨਹੀਂ, ਅਤੇ ਮਨ ਉਹਨਾਂ ਦਾ ਕਿੰਨਾ ਉੱਚਾ। ਇਸ ਵਾਸਤੇ ਫਿਰ ਸਮਝਾਉਂਦੇ ਵੀ ਅਵਸਥਾ ਸਾਰੀ ਮਨ ਦੀ। ਗੁਰਬਾਣੀ ਗੁਰੂ ਵਿੱਚ ਸਰੀਰ ਦੀ ਤਨ ਦੀ ਕੋਈ ਗੱਲ ਨਹੀਂ ਕੀਤੀ, ਸਾਰੀ ਕਹਾਣੀ ਮਨ ਦੀ ਚੱਲਦੀ ਵੀ ਸਾਡੇ ਮਨ ਦੀ ਕਿਵੇਂ ਤ੍ਰਿਪਤੀ ਹੋਵੇ, ਸਾਡੇ ਮਨ ਨੂੰ ਕਿਵੇਂ ਸਬਰ ਆਵੇ, ਕਿਵੇਂ ਸੰਤੋਖ ਆਵੇ, ਕਿਵੇਂ ਅਸੀਂ ਜੀਵਨ ਮੁਕਤ ਹੋਈਏ, ਅਤੇ ਐਸਾ ਕਿਹੜਾ ਕਰਮ ਕਰੀਏ ਵੀ ਸਾਡਾ ਮਨ ਨਿਰਮਲ ਹੋਵੇ, ਸਾਡੀ ਕਰਨੀ ਨਿਰਮਲ ਹੋਵੇ। ਫਿਰ ਉਹਦੇ ਵਾਸਤੇ ਸਾਨੂੰ ਸਮਝਾਉਂਦੇ ਵੀ ਸਾਰੇ ਧਰਮਾਂ ਦੇ ਨਾਲੋਂ ਸ੍ਰੇਸ਼ਟ ਧਰਮ ਇਹ ਹੈ ਵੀ ਪਰਮਾਤਮਾ ਦਾ ਨਾਮ ਜਪੋ। ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ ਸਾਡੀ ਕਰਨੀ ਨਿਰਮਲ ਹੋ ਜਾਏਗੀ, ਸਾਡਾ ਮਨ ਨਿਰਮਲ ਹੋ ਜਾਏਗਾ। ਮਾਰੇ ਤਾਈਆਂ ਫਰਮਾਉਂਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵੀ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ ਗੁਰੂ ਦੀ ਮਦਦ ਦੁਆਰਾ, ਸਾਡੀ ਕਰਨੀ ਸਾਡਾ ਕਰਮ ਜਿਹੜੇ ਉਹ ਨਿਰਮਲ ਹੋ ਜਾਣਗੇ, ਸਾਡਾ ਮਨ ਨਿਰਮਲ ਹੋ ਜਾਏਗਾ। ਇਹੋ ਮਾਰੇ ਕਹਿੰਦੇ ਸੋ ਕਿਛ ਕਰ ਜਿਤ ਮੈਲ ਨਾ ਲੱਗੇ, ਵੀ ਤੂੰ ਉਹ ਕੁਝ ਕਰ ਜਿਹਦੇ ਨਾਲ ਤੈਨੂੰ ਮੈਲ ਨਾ ਲੱਗੇ। ਹੁਣ ਉਹ ਫਿਰ ਕਰਮ ਸਾਨੂੰ ਸਤਿਗੁਰੂ ਦੱਸਦੇ ਵੀ ਤੁਸੀਂ ਕਿਹੜੇ ਕਰਮ ਕਰਨੇ ਜਿਹਦੇ ਕਰਕੇ ਸਾਨੂੰ ਮੈਲ ਨਹੀਂ ਲੱਗਣੀ। ਵੀ ਇੱਕ ਤਾਂ ਅਸੀਂ ਆਪਦੀ ਮੱਤ ਦੁਆਰਾ ਕਰਦੇ ਜਿਹਦੇ ਨਾਲ ਮਨ ਮੈਲਾ ਹੋ ਜਾਂਦਾ, ਅਤੇ ਇੱਕ ਗੁਰੂ ਦੀ ਮੱਤ ਦੁਆਰਾ। ਫਿਰ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਨਾਮ ਪ੍ਰਗਟ, ਜਿਹੜੇ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ, ਸੱਚ ਤੇ ਨਾਮ ਦੀ ਮਹਿਮਾ ਕਰਦੇ, ਮਾਰੇ ਕਹਿੰਦੇ ਉਹਨਾਂ ਦੇ ਮੁਖ ਸਦਾ ਉਜਲ ਸੱਚੇ ਦਰਬਾਰ ਦੇ ਵਿੱਚ, ਮਾਲਕ ਦੇ ਘਰ ਦੇ ਵਿੱਚ ਫਰਮਾਉਂਦੇ ਨੇ। ਜਿਨ੍ਹਾਂ ਅੰਤਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ ਤਿੰਨ ਕੇ ਮੁਖ ਸਾਧੂ ਉਜਲੇ ਤਿਤ ਸੱਚੇ ਦਰਬਾਰ। ਵੀ ਉਹਨਾਂ ਗੁਰਮੁਖਾਂ ਦੇ ਮੁਖ ਸਦਾ ਉਜਲ ਸੱਚੇ ਦਰਬਾਰ ਦੇ ਵਿੱਚ, ਮਾਲਕ ਦੇ ਘਰ ਦੇ ਵਿੱਚ। ਕਿਉਂਕਿ ਉਹ ਕਰਮ ਹੀ ਉਹ ਕਰਦੇ ਜਿਹੜਾ ਸਾਨੂੰ ਗੁਰੂ ਨੇ ਦੱਸੀ, ਸੱਚ ਦੇ ਨਾਮ ਦੀ ਮਹਿਮਾ ਕਰਨੀ, ਉਹਦੀ ਉਸਤਤ ਕਰਨੀ, ਮਾਲਕ ਦੇ ਗੁਣ ਗਾਉਣੇ, ਉਹਦੀ ਵਡਿਆਈ ਕਰਨੀ। ਅਤੇ ਇਸ ਕਰਕੇ ਉਹਨਾਂ ਦੇ ਮੁਖ ਉਜਲ। ਸੋ ਇਸ ਵਾਸਤੇ ਫਿਰ ਗੁਰਮੁਖ ਕਹਿੰਦੇ ਵੀ ਜਦੋਂ ਅਸੀਂ ਗੁਰੂ ਦੇ ਦੱਸੇ ਹੋਏ ਕਾਰ ਕਮਾਉਂਦੇ, ਫਿਰ ਮਾਲਕ ਸਾਡੇ 'ਤੇ ਖੁਸ਼ ਹੋ ਕੇ ਸਾਨੂੰ ਆਪਦੇ ਘਰ ਦੇ ਕੰਮ 'ਤੇ ਲਾ ਲੈਂਦੇ। ਅਤੇ ਘਰ ਦਾ ਕੰਮ ਕੀ ਹੈ? ਮਾਲਕ ਦੀ ਸਿਫਤ ਸਲਾਹ ਕਰਨੀ, ਸਿਮਰਨ ਕਰਨਾ, ਕਰਾਉਣਾ, ਕਥ ਕਹਾਣੀ ਕਰਨੀ, ਇਹ ਮਾਲਕ ਦਾ ਆਪਦਾ ਘਰ ਦਾ ਕੰਮ। ਮਾਰੇ ਫਰਮਾਉਂਦੇ ਜੋ ਜਨ ਗੁਰ ਕੀ ਸੇਵਾ ਕਰੇ, ਸੋ ਘਰ ਕੀ ਕੰਮ ਹਰ ਲਾਇਆ। ਵੀ ਉਹਨਾਂ ਨੂੰ ਸਤਿਗੁਰੂ ਘਰ ਦੇ ਕੰਮ 'ਤੇ ਲਾ ਲੈਂਦੇ। ਅਤੇ ਜਿਹੜਾ ਫਿਰ ਘਰ ਦਾ ਕੰਮ ਸਹੀ ਤਰੀਕੇ ਨਾਲ ਕਰਦਾ, ਜਿਹਨੂੰ ਫਿਰ ਨੌਕਰ ਕਹਿੰਦੇ, ਚਾਕਰ। ਚਾਕਰ ਕੌਣ? ਮਹਾਰਾਜ ਕਹਿੰਦੇ ਚਾਕਰ ਉਹ ਹੈ ਜਿਹੜਾ ਸਹਿਜ ਦੇ ਵਿੱਚ, ਚਾਕਰ ਤੇਰਾ ਸੋਈ ਜੋ ਸਹਿਜ ਰਿਹਾ ਸਮਾਏ। ਜਿਹੜਾ ਸਹਿਜ ਦੇ ਵਿੱਚ ਰਹਿੰਦਾ ਉਹਨੂੰ ਚਾਕਰ ਕਹਿੰਦੇ। ਅਤੇ ਜਿਹੜਾ ਫਿਰ ਚਾਕਰ ਮਾਲਕ ਦੇ ਹੁਕਮ ਦੇ ਵਿੱਚ ਹੈ, ਫਿਰ ਮਾਲਕ ਨੂੰ ਵੀ ਉਹ 'ਤੇ ਭਰੋਸਾ ਹੁੰਦਾ, ਮਾਲਕ ਵੀ ਉਹ 'ਤੇ ਪ੍ਰਤੀਤ ਕਰਦਾ। ਅਤੇ ਫਿਰ ਉਹਨਾਂ ਪਰਥਾਏ ਮਹਾਰਾਜ ਕਹਿੰਦੇ
ਵੀ ਇਹ ਮੇਰਾ ਗੋਲਾ, ਇਹ ਮੇਰਾ ਚਾਕਰ ਹੈ ਤੇ ਮੁੱਲ ਖਰੀਦਿਆ ਹੋਇਆ ਮੇਰੇ। ਮਹਾਰਾਜ ਕਹਿੰਦੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ, ਗੁਰ ਕੇ ਬਚਨੀ ਹਾਟ ਮੁਕਾਇਆ ਜਿਤ ਲਾਇਆ ਤਿਤ ਲਾਗਾ। ਵੀ ਉਹਨੂੰ ਗੋਲਾ ਕਹਿੰਦੇ, ਉਹਨੂੰ ਚਾਕਰ ਕਹਿੰਦੇ, ਤੇ ਚਾਕਰ ਦਾ ਕੰਮ ਹੈ ਸੇਵਾ ਕਰ ਮਾਲਕ ਦੀ। ਵੀ ਜੋ ਮਾਲਕ ਕਹਿੰਦਾ ਉਹਦਾ ਹੁਕਮ ਮੰਨਣਾ ਤੇ ਉਹਦੇ ਹਰ ਸਮੇਂ ਸੇਵਾ ਦੇ ਵਿੱਚ ਹਾਜ਼ਰ ਰਹਿਣਾ, ਪਰ ਉਹਨੂੰ ਕਹਿੰਦੇ ਸੇਵਕ। ਤੇ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੂੰ ਫਿਰ ਇਹ ਸੇਵਾ ਬਣ ਆਈ, ਉਹਨਾਂ ਨੇ ਫਿਰ ਮਾਲਕ ਦੇ ਹੁਕਮ ਨੂੰ ਬੁੱਝ ਲਏ, ਤੇ ਹੁਕਮ ਨੂੰ ਬੁੱਝ ਕੇ ਕਹਿੰਦੇ ਹੁਣ ਇਹ ਪਰਮ ਪਦਵੀ ਨੂੰ ਪ੍ਰਾਪਤ ਹੋ ਜਾਣਗੇ, ਹੁਣ ਸਦਾ ਵਾਸਤੇ ਅਮਰ ਹੋ ਜਾਣਗੇ ਤੇ ਮਾਲਕ ਦੇ ਵਿੱਚ ਲੀਨ ਹੋ ਜਾਣਗੇ। ਮਹਾਰਾਜ ਇਸ ਵਰਤਾਏ ਫਰਮਾਉਂਦੇ ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਉਹਨੂੰ ਸੇਵਕ ਕਹਿੰਦੇ ਵੀ ਜਿਹਨੂੰ ਸੇਵਾ ਕਰਨ ਦੀ ਜਾਚ ਆ ਗਈ। ਹੁਣ ਸੇਵਾ ਕਿਵੇਂ ਕੀਤੀ ਜਾਂਦੀ? ਸਤਿਗੁਰ ਦੀ, ਸਤਿਗੁਰ ਦੀ ਸੇਵਾ ਹੁੰਦੀ ਨਦਰਾਂ ਦੁਆਰਾ, ਦ੍ਰਿਸ਼ਟੀ ਦੁਆਰਾ, ਦੇਖ ਦੇਖ ਕੇ ਕਰਨੀ। ਪਰਮਾਤਮਾ ਆਪਣੇ ਸਾਹਮਣੇ ਤੇ ਉਹਨੂੰ ਦੇਖੀ ਜਾ, ਇਹ ਸੇਵਾ ਹੈ। ਨਜ਼ਰਾਂ ਦੁਆਰਾ ਕੀਤੀ ਜਾਂਦੀ, ਫਿਰ ਨਜ਼ਰਾਂ ਦੁਆਰਾ ਹੀ ਸਾਡਾ ਮਨ ਵਸ ਵਿੱਚ ਰਹਿੰਦਾ, ਨਜ਼ਰਾਂ ਦੁਆਰਾ ਹੀ ਇਹ ਨਿਰਮਲ ਰਹਿੰਦਾ, ਤੇ ਨਜ਼ਰਾਂ ਦੁਆਰਾ ਹੀ ਇਹ ਸੇਵਾ ਹੁੰਦੀ। ਮਹਾਰਾਜ ਫਰਮਾਉਂਦੇ ਨਦਰੀ ਸਤਿਗੁਰ ਸੇਵੀਏ, ਨਦਰੀ ਸੇਵਾ ਹੋਏ, ਨਦਰੀ ਇਹ ਮਨ ਵਸ ਆਵੇ, ਨਦਰੀ ਮਨ ਨਿਰਮਲ ਹੋਏ। ਬਈ ਨਜ਼ਰਾਂ ਦੁਆਰਾ ਮਨ ਨੂੰ ਵਸ 'ਚ ਰੱਖਣਾ ਤੇ ਨਜ਼ਰਾਂ ਦੁਆਰਾ ਸੇਵਾ ਕੀਤੀ ਜਾਣੀ ਸਤਿਗੁਰ ਦੀ। ਇਹ ਸਤਿਗੁਰ ਦੀ ਸੇਵਾ ਕੀਤੀ ਹੋਈ ਸਫਲ ਹੈ। ਇਹਦੇ ਨਾਲ ਸਾਨੂੰ ਮਨ ਚਿੰਦਿਆ ਫਲ ਜਿਹੜਾ ਉਹਦੀ ਪ੍ਰਾਪਤੀ ਹੁੰਦੀ, ਤੇ ਸਾਡੇ ਅੰਦਰੋਂ ਹਉਮੈ ਜਿਹੜੀ ਇਹ ਖਤਮ ਹੋ ਜਾਂਦੀ। ਮਾਰੇ ਸੱਚੇ ਪਾਤਸ਼ਾਹ ਫਰਮਾਉਂਦੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਇਹ ਸਤਿਗੁਰ ਦੀ ਸੇਵਾ ਕੀਤੀ ਹੋਈ ਸਫਲ ਹੈ, ਤੇ ਇਹ ਸੇਵਾ ਫਿਰ ਅਸੀਂ ਹਰ ਥਾਂ 'ਤੇ ਕਰ ਸਕਦੇ ਹਾਂ। ਜਿੱਥੇ ਵੀ ਅਸੀਂ ਜਾਵਾਂਗੇ ਉੱਥੇ ਹੀ ਸੇਵਾ ਕਰ ਸਕਦੇ। ਮਹਾਰਾਜ ਕਹਿੰਦੇ ਜਹਾਂ ਜਹਾਂ ਜਾਊਂ ਤਹਾਂ ਤੇਰੀ ਸੇਵਾ, ਤੁਮ ਸਾਵਰ ਨਾਹੀਂ ਕੋ ਦੇਵਾ। ਬਈ ਅਸੀਂ ਜਿੱਥੇ ਵੀ ਜਾਵਾਂਗੇ ਉੱਥੇ ਹੀ ਤੇਰੀ ਸੇਵਾ ਕਰ ਸਕਦੇ, ਕਿਉਂਕਿ ਮਾਲਕ ਹਰ ਥਾਂ 'ਤੇ ਮੌਜੂਦ ਸੀ। ਐਸੀ ਕੋਈ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ। ਜਿਉਂ ਹੀ ਅਸੀਂ ਨੇਤਰ ਖੋਲ੍ਹਦੇ ਹਾਂ, ਸਭ ਤੋਂ ਪਹਿਲਾਂ ਸਾਨੂੰ ਪਰਮਾਤਮਾ ਹੀ ਦਿਸਦਾ, ਬਾਕੀ ਸਾਰਾ ਕੁਛ ਦੂਰ ਹੈ। ਆਕਾਰ, ਸਰੀਰ, ਮਾਇਆ ਦੂਰ ਹੈ, ਪਰਮਾਤਮਾ ਸਾਡੇ ਸਭ ਤੋਂ ਨੇੜੇ। ਪਾਈਆਂ ਸਾਨੂੰ ਭਗਤਾਂ ਨੇ ਆਖਿਆ ਵੀ ਇਹ ਸਾਡੇ ਜਿਹੜੇ ਹੱਥ ਨੇ, ਹੱਥ ਵੀ ਦੂਰ ਨੇ, ਪਰਮਾਤਮਾ ਸਾਡੇ ਹੱਥਾਂ ਤੋਂ ਵੀ ਨੇੜੇ ਵਸਦਾ। ਫਰਮਾਉਂਦੇ ਕਹੇ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਏ ਰੇ। ਸਾਡਾ ਜਿਹੜਾ ਮਾਲਕ ਸਤਿਗੁਰੂ ਉਹ ਸਾਡੇ ਹੱਥਾਂ ਤੋਂ ਵੀ ਨੇੜੇ, ਤੇ ਉਹਦੀ ਅਸੀਂ ਸੇਵਾ ਕਰਨ। ਹੁਣ ਮਹਾਰਾਜ ਕਹਿੰਦੇ ਸੇਵਕ ਜਿਹੜਾ ਉਹ ਐਸੀ ਸੇਵਾ ਕਰੇ ਸਤਿਗੁਰੂ ਦੀ ਵੀ ਉਹਦੇ ਅੱਗੇ ਆਪਣਾ ਆਪਾ ਸਾਰਾ ਸਮਰਪਣ ਕਰ ਦੇ, ਫਿਰ ਉਹ ਮਾਲਕ ਨੂੰ ਭਾਉਂਦਾ। ਤੇ ਜਿਹੜਾ ਸੇਵਕ ਮਾਲਕ ਨੂੰ ਭਾਉਂਦਾ ਹੈ, ਫਿਰ ਉਹਨੂੰ ਦਰਗਾਹ ਦੇ ਵਿੱਚ ਥਾਂ ਹੈ। ਮਹਾਰਾਜ ਫਰਮਾਉਂਦੇ ਐਸੀ ਸੇਵਕ ਸੇਵਾ ਕਰੇ, ਜਿਸ ਕਾ ਜੀਓ ਤਿਸ ਆਗੇ ਧਰੀ, ਸਾਹੇ ਭਾਵੇ ਸੋ ਪਰਵਾਨ, ਸੋ ਸੇਵਕ ਦਰਗਾਹ ਪਾਵੇ ਮਾਣ। ਬਈ ਪਰਮਾਤਮਾ ਵਾਹਿਗੁਰੂ ਦੇ ਅੱਗੇ ਅਸੀਂ ਆਪਣਾ ਆਪ ਸਮਰਪਣ ਕਰਨਾ।
ਤੇ ਜੇ ਸਮਰਪਣ ਕਰ ਦਿਆਂਗੇ, ਐਸੀ ਸੇਵਕ ਜਿਹੜਾ ਉਹ ਸੇਵਾ ਕਰਦਾ ਵੀ ਆਪਣਾ ਆਪਾ ਵਾਰ ਦਿੰਦਾ, ਤੇ ਉਹਨੂੰ ਫਿਰ ਦਰਗਾਹ 'ਚ ਥਾਂ ਹੈ ਮਾਲਕ ਦੇ ਘਰ ਦੇ ਵਿੱਚ। ਸੋ ਇਹ ਫਿਰ ਸਾਡੀ ਕੀਤੀ ਹੋਈ ਸੇਵਾ ਸਫਲ। ਹੁਣ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਮਾਲਕ ਨੂੰ, ਸਤਿਗੁਰੂ ਨੂੰ ਦੇਖਾਂਗੇ ਤੇ ਸਾਡੇ ਨੇਤਰ ਸੰਤੋਖੇ ਜਾਣਗੇ, ਇਹ ਸਾਡੇ ਨੇਤਰ ਰੁਕ ਜਾਣਗੇ। ਨਹੀਂ ਤਾਂ ਫਿਰ ਇਸ ਸੰਸਾਰ ਦੇ ਰੰਗ ਤਮਾਸ਼ੇ ਦੇਖ ਕੇ, ਮਾਇਆ ਨੂੰ, ਸਰੀਰਾਂ ਨੂੰ, ਆਕਾਰਾਂ ਨੂੰ ਦੇਖ ਕੇ ਇਹਦੇ ਸਾਡੇ ਨੇਤਰ ਸੰਤੋਖੇ ਨਹੀਂ ਜਾਂਦੇ, ਰੁਕਦੇ ਨਹੀਂ, ਇਹਨਾਂ ਨੂੰ ਸਬਰ ਨਹੀਂ ਆਉਂਦਾ। ਮਹਾਰਾਜ ਤਾਈਓ ਫਰਮਾਉਂਦੇ, ਅੱਖੀਂ ਸੰਤੋਖੀਆ ਏਕਾ ਲਿਵ ਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ। ਬਈ ਜਦ ਤੱਕ ਸਾਡੇ ਅੰਦਰ ਦੂਜਾ ਭਾਵ, ਦੂਜੇ ਲਈ ਪਿਆਰ, ਦੂਜਾ ਕੀ ਹੈ? ਮਾਇਆ। ਇਹ ਸਰੀਰ ਨੂੰ ਮਾਇਆ ਕਹਿੰਦੇ, ਆਕਾਰ। ਜਦ ਤੱਕ ਅਸੀਂ ਇਹ ਆਕਾਰਾਂ ਨੂੰ, ਮਾਇਆ ਨੂੰ ਪਿਆਰ ਕਰਦੇ ਹਾਂ, ਅਸੀਂ ਪਰਮਾਤਮਾ ਨੂੰ ਨਹੀਂ ਦੇਖਦੇ, ਅਸੀਂ ਇਹ ਮਾਇਆ ਨੂੰ ਦੇਖਦੇ। ਹੁਣ ਜਿਨ੍ਹਾਂ ਦਾ ਮਾਲਕ ਦੇ ਨਾਲ ਪਿਆਰ ਹੈ, ਪਰਮਾਤਮਾ ਦੇ ਨਾਲ, ਉਹਨਾਂ ਨੂੰ ਇਹ ਦੂਜਾ ਭਾਉਂਦਾ ਨਹੀਂ। ਮਹਾਰਾਜ ਤਾਈਓ ਕਹਿੰਦੇ, ਜਿਨ ਕੋ ਪ੍ਰੀਤ ਹੋਵੇ ਹਰ ਕੇਰੀ, ਤਿਨ ਅਵਰ ਨਾ ਭਾਵੇ ਬਿਨ ਹਰ ਕੋ ਦੁਈਆ। ਬਈ ਜਿਨ੍ਹਾਂ ਦੀ ਪ੍ਰੀਤ ਇੱਕ ਨਾਲ ਲੱਗ ਗਈ, ਮਾਲਕ ਨਾਲ ਲੱਗ ਗਈ, ਉਹਨਾਂ ਨੂੰ ਦੂਜਾ ਭਾਉਂਦਾ ਹੀ ਨਹੀਂ, ਮਾਇਆ ਭਾਉਂਦੀ ਨਹੀਂ। ਤੇ ਇਸ ਕਰਕੇ ਉਹ ਮਾਲਕ ਨੂੰ ਹੀ ਦੇਖਦੇ, ਪਰਮਾਤਮਾ ਨੂੰ। ਫਿਰ ਤਾਈਓ ਉਹਨਾਂ ਦੇ ਨੇਤਰਾਂ ਨੂੰ ਸਬਰ ਸੰਤੋਖ ਆ ਜਾਂਦਾ, ਉਹਨਾਂ ਦੀ ਤ੍ਰਿਪਤੀ ਹੋ ਜਾਂਦੀ। ਤੇ ਤਾਈਓ ਫਿਰ ਗੁਰਮੁਖ ਬੇਨਤੀਆਂ ਕਰਦੇ ਮਾਲਕ ਵੀ ਸਤਿਗੁਰੂ, ਜੇ ਤੂੰ ਸਾਡੇ ਤੇ ਤੋਠਾ ਹੀ, ਜੇ ਤੂੰ ਸਾਨੂੰ ਆਪਣਾ ਭੇਦ ਦਿੱਤਾ ਹੀ ਹੈ, ਤੇ ਹੁਣ ਐਸੀ ਕਿਰਪਾ ਕਰ ਵੀ ਸਾਨੂੰ ਦੂਜਾ ਨਾ ਦਿਖਾ ਲਈ, ਹੁਣ ਅਸੀਂ ਤੈਨੂੰ ਹੀ ਦੇਖੀ। ਮਹਾਰਾਜ ਫਰਮਾਉਂਦੇ, ਜੇ ਤੂੰ ਤੋਠਾ ਕਿਰਪਾ ਨਿਧਾਨ, ਨਾ ਦੂਜਾ ਵਿਖਾ। ਹਾਂ ਭਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ। ਬਈ ਇਹ ਦਾਤ ਮੈਂ ਆਪਦੇ ਹਿਰਦੇ 'ਚ ਤੈਨੂੰ ਸਦਾ ਸੰਭਾਲ ਕੇ ਰੱਖ, ਤੂੰ ਸਾਡੇ ਹਿਰਦੇ 'ਚ ਵਸ ਜਾ। ਤਾਈਓ ਫਿਰ ਗੁਰਮੁਖਾਂ ਨੇ ਪਹਿਲਾਂ ਵੀ ਬੇਨਤੀਆਂ ਕੀਤੀਆਂ ਮਲਾਪ ਤੋਂ, ਵੀ ਤਾਂ ਕਿ ਸਾਨੂੰ ਤੇਰੇ ਦਰਸ਼ਨ ਹੋ ਜਾਣ, ਤੇਰੇ ਦੀਦਾਰ ਹੋ ਜਾਣ, ਅਸੀਂ ਰਹਿ ਨਹੀਂ ਸਕਦੇ ਤੇਰੇ ਦਰਸ਼ਨਾਂ ਤੋਂ ਬਿਨਾਂ। ਜਦੋਂ ਮਾਲਕ ਨੇ ਕਿਰਪਾ ਕਰਕੇ ਦਰਸ਼ਨ ਦੇ ਵੀ ਦਿੱਤੇ, ਆਪਣਾ ਭੇਦ ਦੇ ਵੀ ਦਿੱਤਾ, ਤੇ ਫਿਰ ਵੀ ਬੇਨਤੀ ਵੀ ਹੁਣ ਤੂੰ ਸਾਡੇ ਹਿਰਦੇ 'ਚ ਵਸ ਜਾ। ਜਦ ਤੱਕ ਤੂੰ ਸਾਡੇ ਹਿਰਦੇ 'ਚ ਵਸਦਾ ਨਹੀਂ, ਤੂੰ ਸਾਨੂੰ ਭੁੱਲ ਜਾਣਾ, ਸਾਨੂੰ ਵਿਸਰ ਜਾਣਾ। ਫਿਰ ਜੋਦੜੀਆਂ ਮਹਾਰਾਜ ਫਰਮਾਉਂਦੇ, ਵਸ ਮੇਰੇ ਪਿਆਰੇ ਆ, ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਬਈ ਆਪਣੀ ਕਿਰਪਾ ਕਰ ਵੀ ਸਾਡੇ ਹਿਰਦੇ 'ਚ ਵਸ ਜਾ, ਸਾਡੇ ਮਨ 'ਚ ਵਸ ਜਾ, ਤਾਂ ਕਿ ਸਾਨੂੰ ਤੂੰ ਭੁੱਲੇ ਨਾ, ਸਾਨੂੰ ਵਿਸਰੇ। ਜਿਨ੍ਹਾਂ ਦਾ ਪਿਆਰ ਹੈ ਮਾਲਕ ਦੇ ਨਾਲ, ਜਦੋਂ ਭੁੱਲਦਾ ਤੇ ਫਿਰ ਉਹਨਾਂ ਦਾ ਮਨ ਬਹੁਤ ਦੁੱਖ ਮਹਿਸੂਸ ਕਰਦਾ। ਮਹਾਰਾਜ ਕਹਿੰਦੇ, ਕੀ ਵਿਸਰੇ ਤਾਂ ਬਹੁਤਾ ਦੁੱਖ ਲਾਗੇ, ਦੁੱਖ ਲਾਗੇ ਤੂੰ ਵਿਸਰ ਨਹੀਂ। ਬਈ ਮਾਲਕਾ, ਸਾਨੂੰ ਦੁੱਖ ਕੋਈ ਹੋਰ ਨਹੀਂ, ਵੀ ਦੁੱਖ ਸਾਨੂੰ ਉਦੋਂ ਲੱਗਦਾ ਜਦੋਂ ਤੂੰ ਸਾਨੂੰ ਭੁੱਲ ਜਾਣਾ, ਜਦੋਂ ਤੂੰ ਸਾਨੂੰ ਵਿਸਰ ਜਾਣਾ, ਫਿਰ ਸਾਨੂੰ ਦੁੱਖ ਲੱਗਦਾ। ਇਸ ਕਰਕੇ ਸਾਡੀ ਬੇਨਤੀ ਵੀ ਤੂੰ ਸਾਨੂੰ ਭੁੱਲਣਾ, ਸਾਨੂੰ ਵਿਸਰਨਾ, ਸਾਡੇ ਹਿਰਦੇ 'ਚ ਵਸ ਜਾ। ਜੇ ਵਸ ਜਾਏਗਾ ਤੇ ਸਾਨੂੰ ਭੁੱਲੇਗਾ ਨਹੀਂ, ਵਿਸਰੇਗਾ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਅਸੀਂ ਹਿਰਦੇ 'ਚ ਵਸਾਉਣਾ ਹੈ। ਜਿਵੇਂ ਹੁਣ ਆਪਾਂ ਇਹ ਸਿਮਰਨ ਵੀ ਕਰਦੇ ਹਾਂ, ਇੱਕ ਤਾਂ ਹੁੰਦਾ ਮੁੱਖ ਤੋਂ ਕਰੀ ਜਾਣਾ। ਮਹਾਰਾਜ ਕਹਿੰਦੇ ਮੁੱਖ ਤੋਂ ਤਾਂ ਬਹੁਤ ਕਰਦੇ, ਪਰ ਉਹ ਵਿਰਲੇ ਨੇ ਜਿਹੜੇ ਹਿਰਦੇ 'ਚ ਵਸਾ ਲੈਂਦੇ। ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ ਉਹਨਾਂ ਨੇ ਮੁਕਤ ਹੋਣਾ।
फरमाउंदे ने राम राम सब को कहे विरले हिरदे वसाया, नानक जन के हिरदे वसिया, मोख मुक्त तिन पाया। भी जिन्हां दे हिरदे च वस गया उन्होंने मुक्ति प्राप्त की, उन्होंने मालक नाल मिलाप कीता। हुण आपां नूं कहंदे भी तुसीं भी हिरदे च वसाओ, ते हिरदे विच हुण साडे फेर ही वसेगा जदों असीं वो कर्म करांगे जिहड़ा सानूं सतगुरु कह रहे ने करना। सानूं कहंदे भी सिमरन करो, जदों असीं ज्यों-ज्यों अभ्यास करांगे साडे मन ते जिहड़ी मैल लगी हुई है मैल उतरेगी। जदों असीं वो कर्म करांगे जिहड़ा कर्म करन दे नाल सानूं मैल नहीं लगदी, ਜਿਹੜੇ कर्म करन नाल सानूं मैल लगदी वो कर्म असीं छड्ड दिआंगे। जे असीं नहीं छड्डांगे तो फिर सतगुरु कहंदे भी किवें परमात्मा नूं असीं मिल सकदे। बई जी तो सानूं विवरजत करदे, जी तो सानूं मना करदे माया तो, ते असीं माया दे नाल ही प्यार पाया होया। फरमाउंदे ने कहो गसाई मिलिए के, जो विवरजत तैसे होंदे। बई असीं फिर मालक नूं किवें मिल सकदे जी तो सानूं मना करदे, साडा उहदे नाल ही प्यार है माया नाल, ते माया सानूं घर दे विच जाण नहीं दिंदी। ये माया सानूं घर दे विच वास नहीं करन दिंदी जद तक साडा इहदे नाल प्यार इहदे नाल नहीं लग्या होया। जद तक सानूं इधर बिख दे विचों आस है सुख दी, उन्ना समा फिर असीं मालक नूं नहीं मिल सकते। महाराज ताइयों कहंदे बिखिया अजू सुरत सुख आसा, कैसे हुई है राजा राम निवासा। बई हजे सानूं आस है इधरों बिख दे विचों जहर दे विचों सुख दी, बई साडे कोल हजे आ नहीं है, सानूं जे आ मिल जाएगा तो असीं सुखी हो जाएंगे। आस लाई बैठे। महाराज कहंदे बिख तो हजे सुख दी आस है, तो फिर किवें साडा वासा घर दे विच होएगा। तां करके फिर सानूं समझाउंदे भी ज्ञान ये है, गुरु दी मत ये है भी इधर सुख नहीं है माया दे विच। जे सुख लेना तो फिर मन नूं कहंदे तू घर, तू सही दे विच दुख पर हर सुख घर ले जाए। हुण सहज घर विच जाण वास्ते सानूं ये सिमरन करना पैना ते आपदी मत छड्डणी पैनी। ਉਹਦੇ वास्ते फिर ये आपां नूं सिमरन करना पैना। आओ हुण जो सतगुरु सानूं अभ्यास करन नूं कह रहे, आओ सारे गुरमुख प्यारे करो जी शुरू। वाहे गुरु 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 वाहे गुरु
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਮੁਖ ਪਿਆਰਿਓ, ਜਦੋਂ ਆਪਾਂ ਸਿਮਰਨ ਅਭਿਆਸ ਕਰਦੇ ਨਾਲ ਨਾਲ ਆਪਣੇ ਮਨ ਨੂੰ ਗੁਰੂ ਦੀ ਮੱਤ ਗਿਆਨ ਦਿੰਦੇ, ਫਿਰ ਸਾਡਾ ਜਿਹੜਾ ਮਨ ਹੈ ਇਹ ਨਿਰਮਲ ਹੁੰਦਾ, ਤੋਂ ਮੈਲ ਉਤਰਦੀ। ਇਹੋ ਫਿਰ ਸਾਨੂੰ ਮਹਾਰਾਜ ਸਮਝਾਉਂਦੇ ਵੀ ਤੂੰ ਉਹ ਕਰਮ ਕਰ ਜਿਹਦੇ ਨਾਲ ਤੈਨੂੰ ਮੈਲ ਨਾ ਲੱਗੇ, ਤੇ ਹਰੀ ਪਰਮਾਤਮਾ ਦੀ ਕੀਰਤੀ ਕਰ, ਉਹਦੇ ਗੁਣ ਗਾ, ਤਾਂ ਕਿ ਇਹ ਸਾਡਾ ਮਨ ਸੁੱਤਾ ਹੋਇਆ ਮਾਇਆ ਦੇ ਮੋਹ ਦੇ ਵਿੱਚੋਂ ਜਾਗੇ। ਫਰਮਾਉਂਦੇ ਸੋ ਕਿਛ ਕਰ ਜਿਤ ਮੈਲ ਨਾ ਲਾਗੇ, ਹਰ ਕੀਰਤਨ ਮੇ ਇਹੋ ਮਨ ਜਾਗੇ। ਵੀ ਜਦੋਂ ਅਸੀਂ ਹਰੀ ਦੀ ਪਰਮਾਤਮਾ ਦੀ ਕੀਰਤੀ ਕਰਾਂਗੇ, ਉਹਦੇ ਗੁਣ ਗਾਵਾਂਗੇ, ਉਹਦੀ ਵਡਿਆਈ, ਉਹਦੀ ਉਸਤਤ ਕਰਾਂਗੇ, ਤੇ ਮਨ ਜਾਗੇਗਾ। ਹੁਣ ਜਿਹੜਾ ਮਨ ਇਹ ਵਿਚਾਰਾਂ ਦੇ ਵਿੱਚ ਮਾਇਆ ਦੇ ਵਿੱਚ ਸੁੱਤਾ ਪਿਆ, ਸੁੱਤੇ ਮਨ ਨੂੰ ਫਿਰ ਜਗਾਉਣ ਵਾਸਤੇ ਸਿਮਰਨ ਕਰਦੇ ਹਾਂ। ਮਹਾਰਾਜ ਫਰਮਾਉਂਦੇ ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਉਹਦੇ ਮਨ ਨੂੰ ਜਗਾਉਣ ਵਾਸਤੇ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਬਹਿੰਦੇ ਉੱਠਦੇ ਚੱਲਦੇ ਫਿਰਦੇ ਕੰਮ ਕਰਦੇ। ਮਹਾਰਾਜ ਫਰਮਾਉਂਦੇ ਚਲਤ ਵੈਸਤ ਸੋਵਤ ਜਾਗਤ ਗੁਰਮੰਤਰ ਰਿਧੇ ਸਿਤਾਰ। ਇਹ ਗੁਰਮੰਤਰ ਨੂੰ ਹਿਰਦੇ ਵਿੱਚ ਵਸਾਓ, ਸਿਮਰਨ ਕਰੋ ਵੱਧ ਤੋਂ ਵੱਧ।
ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਸਹਿਜ ਦੇ ਨਾਲ ਵਿਚਾਰਨਾ ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰ ਜਿੰਨੀ ਆਪਾਂ ਸੰਗਤ ਕਰਦੇ ਉਨਾ ਹੀ ਆਪਾਂ ਨੂੰ ਲਾਹਾ ਉਨਾ ਹੀ ਸਾਨੂੰ ਲਾਭ ਹੁੰਦਾ। ਮਹਾਰਾਜ ਕਹਿੰਦੇ ਇੱਕ ਘੜੀ ਅੱਧੀ ਤੋਂ ਵੀ ਅੱਧੀ ਘੜੀ ਜਿੰਨਾ ਅਸੀਂ ਸਤ ਸੰਗਤ ਕਰਾਂਗੇ ਸਾਨੂੰ ਲਾਭ ਹੀ ਲਾਭ, ਸਾਨੂੰ ਲਾਹ ਹੀ ਲਾਹ। ਮਹਾਰਾਜ ਫਰਮਾਉਂਦੇ ਕਬੀਰ ਏਕ ਘੜੀ ਆਧੀ ਘੜੀ ਆਦਿ ਹੁੰਦੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਵੀ ਜਿੰਨਾ ਅਸੀਂ ਸਤ ਸੰਗਤ ਕਰਾਂਗੇ ਸਾਨੂੰ ਲਾਭ ਹੀ ਹੋਣਾ, ਲਾਹ ਹੀ ਹੋਣਾ। ਸੋ ਇਹ ਜੋ ਸਾਰਾ ਗਿਆਨ ਆਪਾਂ ਨੂੰ ਗੁਰਬਾਣੀ ਗੁਰੂ ਦੁਆਰਾ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਇਹ ਗਿਆਨ ਸਾਡੇ ਮਨ ਨੂੰ ਭੁੱਲੇ ਨਾ ਅਤੇ ਆਪਾਂ ਵੀ ਇਹਨੂੰ ਗੁਰੂ ਦੀ ਮੱਤ ਦੇ ਕੇ ਮਨ ਨੂੰ ਘਰ ਲੈ ਚੱਲੀਏ। ਮਹਾਰਾਜ ਤਾਂਹੀਓ ਫਰਮਾਉਂਦੇ ਮਨੂਆ ਕਿਉਂ ਕਰਵਾਸਾ ਵੇ ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਵੀ ਇਹ ਮਨ ਨੂੰ ਗਿਆਨ ਦੀ ਮੱਤ ਗੁਰੂ ਦੀ ਮੱਤ ਦੇ ਕੇ ਘਰੇ ਲਿਜਾਇਆ ਜਾ ਸਕਦਾ। ਸੋ ਗੁਰਮੁਖ ਪਿਆਰੇ ਇੰਨੀਆਂ ਬੇਨਤੀਆਂ ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।